ਗੈਰ ਕਾਨੂੰਨੀ ਮਾਈਨਿੰਗ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਿਆਸਤ ਦਾ ਕੇਂਦਰ ਬਿੰਦੂ ਰਹਿੰਦੀ ਹੈ। ਹਮੇਸ਼ਾ ਵਿਰੋਧੀ ਧਿਰ ਦੇ ਵਿੱਚ ਬੈਠੀਆਂ ਪਾਰਟੀਆਂ ਸੱਤਾ ਦੇ ਵਿੱਚ ਪਾਰਟੀ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਨੇ ਕਿ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਸਰਕਾਰ ਦੇ ਇਸ਼ਾਰੇ ਤੇ ਹੋ ਰਹੀ ਹੈ। ਹੁਣ ਗੈਰ ਕਾਨੂੰਨੀ ਮਾਈਨਿੰਗ ਦਾ ਮਸਲਾ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਵਿੱਚ ਪਹੁੰਚਿਆ। ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਸੁਣਵਾਈ ਦੇ ਵਿੱਚ ਕੁਝ ਗਾਈਡਲਾਈਨਸ ਹਾਈ ਕੋਰਟ ਵੱਲੋਂ ਦਿੱਤੀਆਂ ਗਈਆਂ। ਉਹ ਗਾਈਡਲਾਈਨਸ ਕੀ ਨੇ, ਇਹਨਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਥੇ ਲਖਵਿੰਦਰ ਸਿੰਘ ਜੀ ਮਾਨ ਨੇ, ਐਡਵੋਕੇਟ ਨੇ, ਕੇਸ ਦੀ ਪੈਰਵਾਈ ਕਰ ਰਹੇ ਨੇ। ਸਰ, ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ, ਕੀ ਇਹ ਗਾਈਡਲਾਈਨਸ ਹੈਗੀਆਂ ਤੇ ਇਹ ਸੁਣਵਾਈ ਦੇ ਵਿੱਚ ਅਹਿਮ ਕੀ ਰਿਹਾ? ਸਰ, ਇਹਦੇ ਵਿੱਚ ਮੇਨ ਹੋਇਆ ਕੋਰਟ ਨੇ 7 ਤੋਂ 8 ਗਾਈਡਲਾਈਨਸ ਦਿੱਤੀਆਂ। ਜਿਹੜੀ ਪਹਿਲੀ ਗਾਈਡਲਾਈਨਸ ਆਪਾਂ ਕਹਿ ਸਕਦੇ ਹਾਂ, ਪਹਿਲੀ ਗਾਈਡਲਾਈਨ ਆ ਹੈਗੀ ਹੈ ਵੀ ਕੋਈ ਵੀ ਹੈਵੀ ਮਸ਼ੀਨਰੀ ਜਿਵੇਂ JCB ਹੋ ਗਈ ਜਾਂ ਪੋਕ ਲਾਈਨ, ਜਿਹੜੀ ਆਮ ਤੌਰ 'ਤੇ ਜਿਹੜੇ ਕੰਟਰੈਕਟਰ ਹੈਗੇ ਆ ਜਿਹੜੀ ਇਲੀਗਲ ਮਾਈਨਿੰਗ ਕਰਦੇ ਆ, ਉਹ ਯੂਜ਼ ਨਹੀਂ ਕਰ ਸਕਦੇ ਹੈਗੇ। ਸੈਕਿੰਡ ਜਿਹੜਾ ਹੋਇਆ ਉਹ ਹੋਇਆ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇਜ਼ ਦੇ ਰਿਗਾਰਡਿੰਗ। ਨੈਸ਼ਨਲ ਹਾਈਵੇ ਦੇ ਵਿੱਚ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਕੋਰਟ ਨੇ ਵੀ 1 ਕਿਲੋਮੀਟਰ ਨੈਸ਼ਨਲ ਹਾਈਵੇ ਤੋਂ ਕੋਈ ਵੀ ਮਾਈਨਿੰਗ ਐਕਟੀਵਿਟੀ ਨਹੀਂ ਹੋਊਗੀ, ਚਾਹੇ ਉਹ ਕੰਟਰੈਕਟਰ ਦੀ ਹੈ, ਚਾਹੇ ਉਹ ਇਲੀਗਲ ਹੈ। ਇਲੀਗਲ ਤਾਂ ਚਲੋ ਹੈ ਹੀ ਨਹੀਂ। ਸਟੇਟ ਹਾਈਵੇ ਦੇ ਰਿਗਾਰਡਿੰਗ ਇਹਨਾਂ ਨੇ ਕਿਹਾ ਜੀ ਅੱਧਾ ਕਿਲੋਮੀਟਰ ਤੱਕ ਕੋਈ ਮਾਈਨਿੰਗ ਨਹੀਂ ਹੋਊਗੀ। ਥਰਡ ਗਾਈਡਲਾਈਨ ਜਿਹੜੀ ਹੈਗੀ ਆ ਉਹ ਹੈਗੀ ਹੈ ਬ੍ਰਿਜਿਸ ਦੇ ਰਿਗਾਰਡਿੰਗ। ਜਿੰਨੇ ਵੀ ਮੇਜਰ ਬ੍ਰਿਜਿਸ ਹੈਗੇ ਆ, ਬ੍ਰਿਜਿਸ ਤੋਂ 1 ਕਿਲੋਮੀਟਰ ਦੀ ਦੂਰੀ ਤੱਕ ਕੋਈ ਵੀ ਮਾਈਨਿੰਗ ਨਹੀਂ ਹੋਊਗੀ। ਅਤੇ ਜਿਹੜੇ ਨੋਰਮਲ ਬ੍ਰਿਜਿਸ ਆਪਾਂ ਕਹਿ ਦਈਏ ਉਹਨਾਂ ਵਿੱਚ ਅੱਧਾ ਕਿਲੋਮੀਟਰ ਤੱਕ ਕੋਈ ਮਾਈਨਿੰਗ ਨਹੀਂ ਹੋਊਗੀ। ਡਾਇਰੈਕਸ਼ਨਸ ਆ ਵੀ ਦਿੱਤੀਆਂ ਗਈਆਂ ਹੈ ਵੀ ਜੇ ਕੋਈ ਆਫਿਸਰ, ਕੋਈ ਮਾਈਨਿੰਗ ਆਫਿਸਰ ਜਾਂ ਕੋਈ ਹੋਰ ਆਫੀਸ਼ੀਅਲ ਜਿਹੜਾ ਹੈਗਾ ਉਹਦਾ ਪਤਾ ਲੱਗਦਾ ਵੀ ਇਹ ਜਿਹੜੇ ਇਲੀਗਲ ਮਾਈਨਿੰਗ ਬੰਦੇ ਜਿਹੜੇ ਕਰ ਰਹੇ ਆ ਉਹਨਾਂ ਨਾਲ ਕਨਾਈਵ ਕਰ ਰਹੇ ਆ, ਤਾਂ ਉਹਨਾਂ ਦੇ ਖਿਲਾਫ ਸਟ੍ਰਿੰਜੈਂਟ ਐਕਸ਼ਨ ਲਿੱਤਾ ਜਾਵੇ। ਇੱਕ ਬੜੀ ਵਧੀਆ ਇੱਕ ਹੋਰ ਗੱਲ ਹੋਈ ਹੈ, ਜਿਹੜੀ ਡਾਇਰੈਕਸ਼ਨ ਦਿੱਤੀ ਹੈ ਉਹ ਕੀਤੀ ਹੈਗੀ ਹੈ ਫਲਾਈਂਗ ਸਕੁਐਡਸ ਬਾਰੇ। ਫਲਾਈਂਗ ਸਕੁਐਡਸ ਆਰਡਰ ਕੀਤਾ ਕੋਰਟ ਨੇ ਕੰਸਟੀਟਿਊਟ ਕੀਤੇ ਜਾਣ, ਉਹ ਜਿਹਦੇ ਵਿੱਚ ਮੈਂਬਰਸ ਹੋਣਗੇ ਫਾਈਨੈਂਸ ਡਿਪਾਰਟਮੈਂਟ ਦੇ, ਰੈਵਨਿਊ ਡਿਪਾਰਟਮੈਂਟ ਦੇ ਅਤੇ ਪੁਲਿਸ ਡਿਪਾਰਟਮੈਂਟ ਦੇ, ਜਿਹੜੇ ਇਮੀਡੀਏਟਲੀ ਰੇਡ ਕੰਡਕਟ ਕਰੂੰਗੇ ਜਿੱਥੇ ਵੀ ਨਿਊਜ਼ ਮਿਲਦੀ ਹੈ ਕਿਤੇ ਮਾਈਨਿੰਗ ਹੋ ਰਹੀ ਹੈ, ਇਲੀਗਲ ਮਾਈਨਿੰਗ ਹੋ ਰਹੀ ਹੈ। ਕੋਰਟ ਨੇ ਬੇਸਿਕ ਆਹ ਗੱਲ ਕਹੀ ਹੈ ਜੀ ਤੁਸੀਂ ਜਿਹੜਾ ਰਿਵਰ ਦਾ ਜਿਹੜਾ ਨੈਚੁਰਲ ਫਲੋ ਹੈਗਾ ਉਹ ਤੁਸੀਂ ਬਲੌਕ ਨਹੀਂ ਕਰ ਸਕਦੇ ਕਿਸੇ ਹਾਲ ਦੇ ਵਿੱਚ। ਬਾਕੀ ਡਾਇਰੈਕਸ਼ਨਸ ਆ ਵੀ ਹੈਗੀਆਂ ਵੀ ਡਰੋਨਸ ਦੇ ਨਾਲ, UAV ਦੇ ਨਾਲ ਵੀ ਤੁਸੀਂ ਦੇਖਣਾ ਹੈਗਾ ਵੀ ਕਿੱਥੇ ਕਿੱਥੇ ਜਿਹੜੀ ਹੈਗੀ ਇਲੀਗਲ ਮਾਈਨਿੰਗ ਹੋ ਰਹੀ ਹੈ। ਹਾਂਜੀ ਸਰ, ਇਹੋ ਜਿਹੀਆਂ ਬੜੀਆਂ ਸਾਰੀਆਂ ਝੜਪਾਂ ਤਾਂ NGT ਵੱਲੋਂ ਵੀ ਲੱਗਦੀਆਂ ਰਹੀਆਂ ਨੇ। NGT ਵੀ ਲਗਾਤਾਰ ਕਹਿੰਦਾ ਕਿ ਇਨਵਾਇਰਨਮੈਂਟ ਨੂੰ ਖਤਰਾ ਹੈ। ਕਦੇ ਇਹਦੇ ਬਾਰੇ ਬਹੁਤੀ ਚਰਚਾ ਨਹੀਂ ਹੋਈ। ਇਹ ਜ਼ਰੂਰ ਚਰਚਾ ਹੋਈ ਹੈ ਕਿ ਪੈਸਾ ਬਹੁਤ ਕਮਾ ਰਹੇ ਜੀ ਸਿਆਸਤਦਾਨ ਇਲੀਗਲ ਮਾਈਨਿੰਗ ਕਰਕੇ, ਲੇਕਿਨ ਨੈਚੁਰਲ ਰਿਸੋਰਸਸ ਜਿਹੜੇ ਹੈਗੇ ਨੇ ਉਹ ਡਿਸਟਰੋਏ ਹੋ ਰਹੇ ਨੇ। ਉਹ ਸਾਡੇ ਅੱਜ ਦੀ ਡੇਟ ਦੇ ਵਿੱਚ ਇਹਦੇ ਬਾਰੇ ਕਦੇ ਕੋਈ ਚਰਚਾ ਨਹੀਂ ਹੋਈ। ਸਰ, ਕੀ ਇਹ ਲੱਗਦਾ ਕਿ ਇਸ ਤਰੀਕੇ ਦੀ ਚਰਚਾ ਅਗਰ ਛਿੜੀ ਆ ਤਾਂ ਇਹ ਸਕਾਰਾਤਮਕ ਰੂਪ ਦੇ ਵੱਲ ਜਾਏ? ਬਿਲਕੁਲ ਸਰ, ਬਿਲਕੁਲ। ਇੱਕ ਇਹਦੇ ਵਿੱਚ ਬੜੀ ਨਵੀਂ ਇੱਕ ਚੀਜ਼ ਆਈ ਹੈ, ਜੱਜ ਸਾਹਿਬ ਨੇ ਇਹ ਵੀ ਆਰਡਰ ਦਿੱਤਾ ਹੈਗਾ ਹੈ ਕਿ ਇੱਕ ਸਟੱਡੀ ਕੰਡਕਟ ਕੀਤੀ ਜਾਵੇ ਵੀ ਜਿਹੜੀ ਮਾਈਨਿੰਗ ਹੋ ਰਹੀ ਹੈ, ਮਾਈਨਿੰਗ ਦਾ ਇੰਪੈਕਟ ਰਿਵਰ ਬੈਡ 'ਤੇ, ਸਤਲੁਜ 'ਤੇ ਕੀ ਹੋ ਰਿਹਾ। ਸਟੇਟ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ 6 ਮਹੀਨੇ ਦੇ ਅੰਦਰ ਅੰਦਰ ਇਹ ਪ੍ਰੋਪਰ ਸਟੱਡੀ ਕੀਤਾ ਜਾਵੇ, ਇਨਵਾਇਰਨਮੈਂਟ 'ਤੇ ਕੀ ਅਸਰ ਪੈ ਰਿਹਾ, ਸਤਲੁਜ ਬੈਡ 'ਤੇ ਕੀ ਅਸਰ ਪੈ ਰਿਹਾ। ਸੋ ਮੇਰੇ ਅਕੋਰਡਿੰਗ ਆਹ ਜਿਹੜੀ ਡਾਇਰੈਕਸ਼ਨ ਹੈ ਬਿਲਕੁਲ ਨਵੀਂ ਆਈ ਹੈ। ਦੋ ਰਿਟਸ ਇਲੀਗਲ ਮਾਈਨਿੰਗ 'ਤੇ ਪਹਿਲਾਂ ਵੀ ਬੜੀਆਂ ਪਈਆਂ, ਪਰ ਆਹ ਐਸਪੈਕਟ ਜਿਹੜਾ ਹੈਗਾ ਕਦੀ ਛੜਿਆ ਨਹੀਂ ਹੈਗਾ, ਇਹ ਪਹਿਲੀ ਵਾਰ ਉੱਠਿਆ ਹੈ। ਇੱਕ ਖਾਸ ਕੰਪਨੀ ਦੇ ਖਿਲਾਫ ਲਗਾਤਾਰ ਰਿਟਸ ਪੈ ਰਹੀਆਂ ਨੇ, ਪਹਿਲਾਂ ਵੀ ਬਹੁਤ ਸਾਰੀਆਂ ਪੈ ਗਈਆਂ ਨੇ, ਲੇਕਿਨ ਹਲੇ ਉਹਨਾਂ 'ਤੇ ਕਾਰਵਾਈ ਨਹੀਂ ਹੋਈ। ਕਿਹੜੀ ਕੰਪਨੀ ਆ, ਉਹਦੇ ਬਾਰੇ ਜਰਦਾ? ਸਰ, ਅਸੀਂ ਉਹਨੂੰ ਰਿਸਪੋਂਡੈਂਟ ਨੰਬਰ 6 ਬਣਾਇਆ। ਮਹਾਦੇਵ ਇਨਕਲੇਵ ਕੰਪਨੀ ਹੈ ਇਹ। ਮਹਾਦੇਵ ਇਨਕਲੇਵ ਕੰਪਨੀ ਬੇਸਿਕਲੀ ਰਾਜਸਥਾਨ ਦੀ ਕੰਪਨੀ ਹੈ। ਪਹਿਲਾਂ ਵੀ ਇਸ 'ਤੇ ਕਾਫੀ ਰਿਟਸ ਪਈਆਂ। ਜਿਹੜਾ ਸਤਲੁਜ ਦਾ ਜਿਹੜਾ ਬਹਾਵ ਜਾ ਰਿਹਾ ਇਹ ਨਵਾਂ ਸ਼ਹਿਰ, ਲੁਧਿਆਣਾ ਅਤੇ ਜਲੰਧਰ ਤੋਂ ਹੋ ਕੇ ਜਾ ਰਿਹਾ, ਅਤੇ ਇਹ ਜਿਹੜਾ ਜਿੰਨੀਆਂ ਵੀ ਉੱਥੇ ਮਾਈਨਿੰਗਸ ਹੈਗੀਆਂ ਇਹ ਅਲੋਟ ਹੋਈ ਹੈ, ਇਹਨੂੰ ਕਲਸਟਰ 2 ਕਹਿੰਦੇ ਆ, ਬਲਾਕ 2 ਕਹਿੰਦੇ ਆ ਇਹਨੂੰ। ਇਹ ਕੰਪਨੀ ਮਹਾਦੇਵ ਇਨਕਲੇਵ ਰਿਸਪੋਂਡੈਂਟ ਨੰਬਰ 6 ਉਹਨਾਂ ਨੂੰ ਅਲੋਟ ਹੋਈ ਹੈ, ਅਤੇ ਉਹਨਾਂ ਦੇ ਖਿਲਾਫ ਹੀ ਇਲੀਗਲ ਮਾਈਨਿੰਗ ਦੇ ਐਲੀਗੇਸ਼ਨਸ ਲੱਗਦੇ ਰਹੇ ਆ ਅਤੇ ਉਹ ਕਰ ਵੀ ਰਹੇ ਆ। ਈਵਨ ਫੋਰੈਸਟ ਏਰੀਆਜ਼ ਦੇ ਵਿੱਚ ਇਕੱਲੇ ਆਪਾਂ ਕਹਿ ਨਹੀਂ ਸਕਦੇ ਸਤਲੁਜ ਬੈਡ ਦੇ ਵਿੱਚ ਉਹ ਕਰ ਰਹੇ ਆ। ਈਵਨ ਫੋਰੈਸਟ ਏਰੀਆਜ਼ ਹੈ, ਲੋਕਾਂ ਦੀ ਜ਼ਮੀਨਾਂ ਦੇ ਵਿੱਚ ਇਲੀਗਲ ਮਾਈਨਿੰਗ ਚੱਲ ਰਹੀ ਹੈ। ਅਤੇ ਪੋਸੀਬਲੀ ਹੁਣ ਡਾਇਰੈਕਸ਼ਨਸ ਤੋਂ ਬਾਅਦ ਜਿਹੜੇ ਉਹਨਾਂ ਦੇ ਓਨਰਸ ਹੈ, ਡਾਇਰੈਕਟਰਸ ਹੈ, ਜਿਹੜੇ ਰਿਸਪੋਂਸੀਬਲ ਬੰਦੇ ਹੈਗੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ। ਸੁਣਵਾਈ ਕਦੋਂ ਹੋਣੀ ਇਸ ਮਸਲੇ? ਸਰ, ਇਹਦੀ 30 ਸਤੰਬਰ ਡੇਟ ਰੱਖੀ ਹੈ ਕੋਰਟ ਨੇ, ਅਤੇ ਸਟੇਟਸ ਰਿਪੋਰਟ ਫਾਈਲ ਕਰਨ ਨੂੰ ਕਿਹਾ ਹੈ। ਸੁਪਰਿੰਟੈਂਡੈਂਟਸ ਆਫ ਪੁਲਿਸ ਜਿਹੜੇ SSP ਹੈਗੇ ਆ ਜਲੰਧਰ ਦੇ, ਲੁਧਿਆਣਾ ਦੇ ਅਤੇ ਨਵਾਂ ਸ਼ਹਿਰ ਦੇ, ਇਹ ਤਿੰਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਤੁਸੀਂ ਸਟੇਟਸ ਰਿਪੋਰਟ ਫਾਈਲ ਕਰਨੀ ਹੈ। ਲਗਾਤਾਰ ਇਹ ਇਲਜ਼ਾਮ ਲੱਗਦੇ ਰਹਿੰਦੇ ਨੇ ਐਡਵੋਕੇਟ ਸਾਹਿਬ ਕਿ ਪੁਲਿਸ ਵੀ ਇਨਵੋਲਵ ਰਹਿੰਦੀ ਆ। ਪੁਲਿਸ ਨੂੰ ਪਤਾ ਹੁੰਦਾ ਕਿ ਕਿੱਥੇ ਮਾਈਨਿੰਗ ਹੋ ਰਹੀ ਆ। 10-12 ਫੁੱਟ ਅਸੀਂ ਲੀਗਲ ਮਾਈਨਿੰਗ ਕਿਸੇ ਅਗਰ ਲੀਗਲ ਖਾਡਾ ਉਹਦੇ 'ਚ ਕਰ ਸਕਦੇ ਹਾਂ, ਲੇਕਿਨ 50-50 ਫੁੱਟ ਪੱਟ ਦਿੰਦੇ, ਉਹ ਖੱਡੇ ਦਿਖਦੇ ਆ, ਉਹ ਪਤਾ ਲੱਗਦਾ। ਸੜਕਾਂ ਟੁੱਟਦੀਆਂ ਟਿੱਪਰਾਂ ਦੇ ਨਾਲ, JCB ਮਸ਼ੀਨਾਂ ਈਵਨ ਕਿ ਸਤਲੁਜ ਦਰਿਆ ਦੇ ਵਿੱਚ ਸਿੱਟ ਦਿੱਤੀਆਂ ਜਾਂਦੀਆਂ ਉਹਦੇ, ਤਾਂ ਉਹ ਨਾਲ ਲੱਗਦਾ ਕਿ ਪੁਲਿਸ ਦੀ ਵੀ ਕਿਤੇ ਨਾ ਕਿਤੇ ਨਿਕਾਮ, ਪੁਲਿਸ ਨੂੰ ਵੀ ਕੋਈ ਝਾੜ ਝੂੜ ਸਰ ਆਪਾਂ ਆਹ ਹਲੇ ਕਹਿ ਨਹੀਂ ਸਕਦੇ ਵੀ ਝਾੜ ਲੱਗੀ ਹੈਗੀ ਆ, ਬਟ ਆਹ ਜ਼ਰੂਰ ਗੱਲ ਕਲੀਅਰ ਹੈਗੀ ਵੀ ਪੁਲਿਸ ਦੀ ਕਨਾਈਵੈਂਸ
ਸ਼ੋ ਹੋ ਰਹੀ ਹੈ ਹਰ ਜਗ੍ਹਾ ਤੇ। ਈਵਨ ਮੈਂ ਕੁਝ ਡਾਕੂਮੈਂਟਸ ਨਾਲ ਲਗਾਏ ਹੈਗੇ ਆ। ਈਵਨ ਐਸਐਸਪੀ ਜਲੰਧਰ ਰੂਰਲ ਹੈ, ਉਹ ਡਾਇਰੈਕਸ਼ਨ ਦੇ ਰਹੇ ਐਸਐਚਓ ਨੂੰ ਵੀ ਤੁਹਾਡਾ ਕਨਾਈਵੈਂਸ ਹੈਗਾ, ਤੁਸੀਂ ਇਲੀਗਲ ਮਾਈਨਿੰਗ ਏਰੀਆ 'ਚ ਕਰਵਾ ਰਹੇ ਆ, ਜੇ ਤੁਸੀਂ ਨਹੀਂ ਰੋਕਦੇ ਤਾਂ ਡਿਪਾਰਟਮੈਂਟਲ ਐਕਸ਼ਨ ਲਿੱਤਾ ਜਾਊਗਾ ਤੁਹਾਡੇ ਖਿਲਾਫ। ਬਟ ਉਹਦੇ ਬਾਵਜੂਦ ਵੀ ਇਲੀਗਲ ਮਾਈਨਿੰਗ ਉਹ ਏਰੀਆ ਦੇ ਵਿੱਚ ਹੋ ਰਹੀ ਹੈ ਤੇ ਕੋਈ ਐਕਸ਼ਨ ਨਹੀਂ ਹੁੰਦਾ। ਈਵਨ ਡਿਫਟਿੰਗ ਮਾਈਨਿੰਗ ਆਫੀਸਰ ਵੱਲੋਂ ਸਾਡੇ ਕੋਲ ਇੱਕ ਲੈਟਰ ਸੀਗੀ, ਅਸੀਂ ਉਹ ਲੈਟਰ ਵੀ ਲਗਾਈ ਹੈ। ਡਿਫਟਿੰਗ ਮਾਈਨਿੰਗ ਆਫੀਸਰ ਕਹਿ ਰਹੇ ਆ ਵੀ ਅਸੀਂ ਇਹ ਏਰੀਆ ਦੇ ਵਿੱਚ ਸ਼ਾਹਕੋਟ ਮਹਿਤਪੁਰ ਏਰੀਆ ਦੇ ਵਿੱਚ ਅਸੀਂ ਕੁਝ ਟਿੱਪਰ ਫੜੇ, ਇਲੀਗਲ ਮਾਈਨਿੰਗ ਕਰ ਰਹੇ ਸੀ ਬੰਦੇ, ਅਸੀਂ JCBs ਫੜੀਆਂ ਤੇ ਉਹਨਾਂ ਤੇ ਪੁਲਿਸ ਜਿਹੜੀ ਹੈ, ਜਦੋਂ ਪੁਲਿਸ ਨੂੰ ਫੋਨ ਕੀਤਾ ਅਸੀਂ, ਉਹ 1.5 ਘੰਟੇ ਬਾਅਦ ਮੌਕੇ ਤੇ ਪਹੁੰਚੀ ਤੇ ਅੱਗੇ ਸੁਪਰਟੈਂਡੈਂਟ ਆਫ ਪੁਲਿਸ ਨੂੰ ਉਹਨਾਂ ਨੇ ਲਿਖਿਆ ਵੀ ਉਹਨਾਂ ਤੇ ਐਕਸ਼ਨ ਕੀਤਾ ਜਾਵੇ। ਬਟ ਉਹਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਉਹਨਾਂ ਤੇ ਰਾਤ ਨੂੰ ਸਾਨੂੰ ਜੋ ਨਿਊਜ਼ ਮਿਲ ਰਹੀ ਹੈਗੀ ਹੈ, ਉਹ ਬੜਾ ਵਾਈਡਲੀ ਇਹ ਰਿਪੋਰਟ ਹੋਇਆ ਮੈਟਰ, ਤੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ। ਜਿੰਨੀਆਂ ਵੀ ਮਸ਼ੀਨ ਸੀਗੀਆਂ, JCB ਸੀ, ਜਿੰਨੇ ਵੀ ਸੈਂਡ ਟਿੱਪਰ ਸੀਗੇ, ਉਹ ਸਾਰੇ ਰਿਲੀਜ਼ ਕਰਤੇ। ਮਤਲਬ ਸਿੱਧੇ ਤੌਰ ਤੇ ਇਹ ਵੀ ਸਾਹਮਣੇ ਆ ਰਿਹਾ ਕਿ ਪੁਲਿਸ ਵੀ ਕਿਤੇ ਨਾ ਕਿਤੇ ਇਨਵੋਲਵ ਹੁੰਦੀ ਹੈ। ਤੁਸੀਂ ਇਹ ਪੱਖ ਰੱਖਿਆ ਹੋਣਾ ਕਿ ਪੁਲਿਸ ਅਗਰ ਨਹੀਂ ਕੋਈ ਐਕਸ਼ਨ ਕਰ ਰਹੀ ਤਾਂ ਇਹਦਾ ਮਤਲਬ ਪੁਲਿਸ ਵੀ ਉਹਦੇ 'ਚ ਇਨਵੋਲਵ। ਬਿਲਕੁਲ ਸਰ, ਬਿਲਕੁਲ। ਮੈਂ ਜਿਹੜੀ ਮੇਰੀ ਮੇਨ ਪ੍ਰੇਅਰ ਸੀਗੀ ਪਟੀਸ਼ਨ ਦੇ ਵਿੱਚ, ਮੇਰੀ ਆਹੀ ਹੈਗੀ ਹੈ ਵੀ ਕਿਸੇ ਇੰਡੀਪੈਂਡੈਂਟ ਏਜੰਸੀ ਆਊਟਸਾਈਡ ਦਾ ਸਟੇਟ ਆਫ ਪੰਜਾਬ ਜਾਂ ਕੋਈ CBI, ਜਿਹਨੂੰ ਅਸੀਂ ਰਿਸਪੋਂਡੈਂਟ ਨੰਬਰ 7 ਵੀ ਬਣਾਇਆ, ਉਹਦੇ ਵੱਲੋਂ ਜਿਹੜੀ ਹੈਗੀ ਹੈ ਉਹ ਇਨਕੁਆਇਰੀ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਟਰ ਦੇ ਵਿੱਚ, ਕਿਉਂਕਿ ਸਾਨੂੰ ਜਿਹੜੀ ਸਟੇਟ ਮਸ਼ੀਨਰੀ ਹੈਗੀ ਉਸ 'ਤੇ ਬਿਲਕੁਲ ਬਿਲੀਵ ਨਹੀਂ ਹੈਗਾ। ਅਸੀਂ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਹਾਂ। ਮੈਂ ਆਲਮੋਸਟ 11 ਰਿਪਰੈਜ਼ੈਂਟੇਸ਼ਨ ਆਪਣੀ ਪਟੀਸ਼ਨ ਦੇ ਨਾਲ ਲਾਈਆਂ, ਫਰੋਮ ਚੀਫ ਮਿਨਿਸਟਰ ਟੂ ਮਾਈਨਿੰਗ ਆਫੀਸਰ, ਬਟ ਕੋਈ ਐਕਸ਼ਨ ਨਹੀਂ ਹੋਇਆ ਹੁਣ ਤੱਕ। CBI ਦੇ ਵਿੱਚ ਵੀ ਇੱਕ ਕੇਸ ਚੱਲ ਰਿਹਾ, ਉਹ ਕੇਸ ਹੈਗਾ ਗੁੰਡਾ ਟੈਕਸ ਦਾ। ਹਾਈ ਕੋਰਟ ਨੇ CBI ਨੂੰ ਇਨਕੁਆਇਰੀ ਕਰਨ ਲਈ ਕਿਹਾ ਸੀਗਾ, ਉਸ ਮਾਮਲੇ ਦੇ ਵਿੱਚ ਚੱਲ ਰਿਹਾ। ਉਸ ਜਿਹੜੀਆਂ ਆਈਆਂ ਸੀ, ਵਰਡਿਕਟ ਆਇਆ ਸੀ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਅਗਰ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈ ਤਾਂ ਉਹਦੇ 'ਤੇ ਕਿਵੇਂ ਫੇਅਰ ਇਨਵੈਸਟੀਗੇਸ਼ਨ ਕਰੇਗੀ, ਤਾਂ CBI ਇਹਦੀ ਇਨਵੈਸਟੀਗੇਸ਼ਨ ਕਰੇ ਇਸ ਮਾਮਲੇ ਦੀ। ਤਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਕਿਹਾ ਕਿ ਰਿਪੋਰਟ ਦਿਓ, ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰੇਗੀ ਅਤੇ ਸਹੀ ਗੱਲ ਨੂੰ ਅੱਗੇ ਰੱਖੇਗੀ? ਸਰ, ਬਾਹਰੀ ਏਜੰਸੀ ਤੋਂ ਮੈਂ ਸਵਾਲ ਮੇਰਾ ਹੈ ਕਿ ਬਾਹਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ ਜਾਂਚ ਇਸ ਮਾਮਲੇ ਦੀ? ਸਰ, ਮੈਂ ਜਿੰਨਾ ਕੁ ਦੇਖਿਆ ਹੁਣ ਤੱਕ, ਜਿੰਨਾ ਜ਼ੋਰ ਲੱਗ ਚੁੱਕਿਆ ਹੁਣ ਤੱਕ, ਜਿੰਨੀਆਂ ਪਟੀਸ਼ਨਸ ਪਾ ਚੁੱਕੀਆਂ, ਜੇ ਸਟੇਟ ਗਵਰਨਮੈਂਟ ਦੀ ਇੱਛਾ ਹੁੰਦੀ ਇਲੀਗਲ ਮਾਈਨਿੰਗ 'ਤੇ ਪੂਰੀ ਠੱਲ ਪਾਈ ਜਾ ਸਕਦੀ ਸੀਗੀ, ਪਰ ਉਹਦੇ ਬਾਵਜੂਦ ਜੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ, ਇਲੀਗਲ ਮਾਈਨਿੰਗ ਚੱਲ ਰਹੀ ਹੈ, ਤਾਂ ਬੈਟਰ ਆਹੀ ਹੋਊਗਾ ਕੋਈ ਇੰਡੀਪੈਂਡੈਂਟ ਏਜੰਸੀ ਜਿਹੜੀ ਹੈਗੀ ਹੈ ਪੰਜਾਬ ਤੋਂ ਬਾਹਰ ਦੀ, ਇਹਦੀ ਇਨਵੈਸਟੀਗੇਸ਼ਨ ਕਰੇ। ਤੁਸੀਂ ਇਹ ਹਾਈ ਕੋਰਟ ਦੇ ਵਿੱਚ ਵੀ ਰੱਖੀ? ਬਿਲਕੁਲ ਸਰ, ਬਿਲਕੁਲ ਇਹ ਚੀਜ਼ ਅਸੀਂ ਰੱਖੀ ਹੈ। ਸਾਡੀ ਮੇਨ ਪ੍ਰੇਅਰ ਆਹੀ ਹੈ ਵੀ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਇਲੀਗਲ ਮਾਈਨਿੰਗ ਦੇ ਵਿੱਚ, ਉਹ ਕੋਈ ਇੰਡੀਪੈਂਡੈਂਟ ਏਜੰਸੀ ਤੋਂ ਹੋਵੇ ਜਾਂ CBI ਤੋਂ ਹੋਵੇ। ਧੰਨਵਾਦ ਜੀ ਗੱਲਬਾਤ ਕਰਨ ਲਈ, ਬੜੀ ਅਹਿਮ ਜਾਣਕਾਰੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤਾਂ ਇਲੀਗਲ ਮਾਈਨਿੰਗ ਦਾ ਜਿਹੜਾ ਮਸਲਾ ਹੈਗਾ ਹਾਈ ਕੋਰਟ ਦੇ ਵਿੱਚ ਹਾਲਾਂਕਿ ਪਹੁੰਚਿਆ, ਗਾਈਡਲਾਈਨਸ ਜਾਰੀ ਹੋਈਆਂ ਨੇ ਇਸ ਮਾਮਲੇ ਦੇ ਵਿੱਚ। ਹੁਣ ਜਵਾਬ ਦੇਣਾ ਪੰਜਾਬ ਸਰਕਾਰ ਨੇ, ਲੇਕਿਨ ਲਗਾਤਾਰ ਸਵਾਲ ਜ਼ਰੂਰ ਉੱਠਦੇ ਰਹਿੰਦੇ ਨੇ ਕਿ ਇਹ ਜੋ ਇਲੀਗਲ ਮਾਈਨਿੰਗ ਹੋ ਰਹੀ ਹੈ ਪੰਜਾਬ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਹੋ ਰਹੀ ਹੈ, ਪੰਜਾਬ ਪੁਲਿਸ ਦੀ ਜਾਣਕਾਰੀ ਤੋਂ ਬਿਨਾਂ ਹੋ ਰਹੀ ਹੈ। ਅਗਰ ਜਾਣਕਾਰੀ 'ਚ ਪੰਜਾਬ ਸਰਕਾਰ ਦੇ, ਪੰਜਾਬ ਪੁਲਿਸ ਦੇ ਹੈਗਾ ਤਾਂ ਫਿਰ ਉਹ ਕਾਰਵਾਈ ਕਿਉਂ ਨਹੀਂ ਕਰ ਰਹੇ? ਇਹ ਸਵਾਲ ਬੜੇ ਵੱਡੇ ਨੇ ਜੋ ਕਿ ਹੁਣ ਇਹ ਚੱਲ ਰਿਹਾ ਕੇਸ। ਇਸ ਕੇਸ ਦੇ ਵਿੱਚ ਤਹਿ ਦਰ ਤਹਿ ਖੁੱਲ੍ਹਦੇ ਰਹਿਣਗੇ ਕੁਝ ਸਵਾਲਾਂ ਦੇ ਜਵਾਬ, ਉਹ ਤੁਹਾਨੂੰ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।